Good morning, students. In this lecture, we discuss classification of oligopoly and is price and output under oligopoly indeterminate. First, we discuss classification of oligopoly. Oligopoly may be classified in the following categories. First is perfect or imperfect oligopoly. ਪਰਫੈਕਟ ਓਲੀਗੋਪੋਲੀ ਉਸ ਸਿਚੁਏਸ਼ਨ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਜਿਹੜੀਆਂ ਸਾਰੀਆਂ ਫਰਮਸ ਆ ਸਿਰਫ ਹੋਮੋਜੀਨੀਅਸ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀਆਂ ਆ ਇਸ ਨੂੰ ਪਿਓਰ ਓਲੀਗੋਪੋਲੀ ਵੀ ਕਿਹਾ ਜਾਂਦਾ ਆ ਔਨ ਦਾ ਅਦਰ ਹੈਂਡ imperfect or differentiated oligopoly is that market situation ਜਿਸ ਵਿੱਚ ਜਿਹੜੀਆਂ ਸਾਰੀਆਂ ਫਰਮਸ ਆ ਡਿਫਰੈਂਸ਼ੀਏਟ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀਆਂ ਬਟ ਕਲੋਜ਼ ਸਬਸਟੀਟਿਊਟਸ ਹੁੰਦੇ ਆ ਉਹ ਇੱਕ ਦੂਸਰੇ ਦੇ ਇਨ ਸ਼ੋਰਟ ਪਰਫੈਕਟ ਓਲੀਗੋਪੋਲੀ ਵਿੱਚ ਸਾਰੀਆਂ ਫਰਮਸ ਹੋਮੋਜੀਨੀਅਸ ਇੱਕ ਹੀ ਤਰ੍ਹਾਂ ਦੇ ਪ੍ਰੋਡਕਸ਼ਨ ਕਰਦੀਆਂ ਐਂਡ ਇੰਪਰਫੈਕਟ ਓਲੀਗੋਪੋਲੀ ਵਿੱਚ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ ਬਟ ਕਲੋਜ਼ ਸਬਸਟੀਟਿਊਟਸ ਹੁੰਦੇ ਆ ਸੈਕੰਡ ਪੁਆਇੰਟ ਇਜ਼ ਓਪਨ ਔਰ ਕਲੋਜ਼ਡ ਓਲੀਗੋਪੋਲੀ ਓਪਨ ਔਰ ਕਲੋਜ਼ਡ ਓਲੀਗੋਪੋਲੀ ਵਿੱਚ ਡਿਫਰੈਂਸ ਇਹ ਆ ਕਿ ਓਪਨ ਓਲੀਗੋਪੋਲੀ ਮਾਰਕੀਟ ਸਿਚੁਏਸ਼ਨ ਦੇ ਵਿੱਚ ਕੋਈ ਵੀ ਫਰਮ ਇੰਡਸਟਰੀ ਦੇ ਵਿੱਚ ਐਂਟਰ ਕਰ ਸਕਦੀ ਉਸ ਦੇ ਉੱਪਰ ਕੋਈ ਵੀ ਬੈਰੀਅਰ ਨਹੀਂ ਹੁੰਦਾ ਦ ਐਂਟਰੀ ਆਫ ਦ ਫਰਮ ਇਜ਼ ਫ੍ਰੀ ਬਟ ਇਨ ਦ ਸਿਚੁਏਸ਼ਨ ਆਫ ਕਲੋਜ਼ਡ ਓਲੀਗੋਪੋਲੀ ਕਿ ਕਿਸੇ ਵੀ ਨਿਊ ਫਰਮ ਦੇ ਇੰਡਸਟਰੀ ਵਿੱਚ ਐਂਟਰ ਕਰਨ ਦੇ ਉੱਪਰ ਬਹੁਤ ਸਾਰੇ ਬੈਰੀਅਰਸ ਹੁੰਦੇ ਆ ਇਹ ਬੈਰੀਅਰਸ ਹੋ ਸਕਦੇ ਆ ਫੋਰ ਐਗਜ਼ਾਮਪਲ ਟੈਕਨੋਲੋਜੀਕਲ ਹੋ ਸਕਦੇ ਆ ਲੀਗਲੀ ਹੋ ਸਕਦੇ ਆ ਔਰ ਐਨੀ ਅਦਰ ਟਾਈਪਸ ਥਰਡ ਪੁਆਇੰਟ ਇਜ਼ ਪਾਰਸ਼ੀਅਲ ਔਰ ਫੁੱਲ ਓਲੀਗੋਪੋਲੀ Partial oligopoly is that situation in which there is a dominant firm in the industry. The dominant firm is called the price leader and the dominant firm or the price leader fix the price and others follow that price. Partial oligopoly situation ਕਿਹਾ ਜਾਂਦਾ ਹੈ ਜਿਸ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਡੋਮੀਨੈਂਟ ਫਰਮ ਹੁੰਦੀ ਆ ਅਤੇ ਉਸ ਡੋਮੀਨੈਂਟ ਫਰਮ ਨੂੰ ਪ੍ਰਾਈਸ ਲੀਡਰ ਵੀ ਕਿਹਾ ਜਾਂਦਾ ਹੈ ਅਤੇ ਉਹ ਡੋਮੀਨੈਂਟ ਫਰਮ ਜਿਹੜੀ ਪ੍ਰਾਈਸ ਫਿਕਸ ਕਰਦੀ ਆ ਦੂਸਰੇ ਸਾਰੀਆਂ ਜਿਹੜੀਆਂ ਫਰਮਸ ਆ ਉਸ ਪ੍ਰਾਈਸ ਨੂੰ ਹੀ ਫੋਲੋ ਕਰਦੀਆਂ ਉਹੀ ਪ੍ਰਾਈਸ ਚਾਰਜ ਕਰਦੀਆਂ ਔਨ ਦਾ ਅਦਰ ਹੈਂਡ ਫੁੱਲ ਓਲੀਗੋਪੋਲੀ ਇਜ਼ ਦੈਟ ਸਿਚੁਏਸ਼ਨ ਇਨ ਵਿਚ ਦੇਅਰ ਇਜ਼ ਨੋ ਡੋਮੀਨੈਂਟ ਫਰਮ ਔਰ ਪ੍ਰਾਈਸ ਲੀਡਰ ਜਿਸ ਵਿੱਚ ਕੋਈ ਵੀ ਡੋਮੀਨੈਂਟ ਫਰਮ ਨਹੀਂ ਹੁੰਦੀ ਉਸਨੂੰ ਫੁੱਲ ਓਲੀਗੋਪੋਲੀ ਕਿਹਾ ਜਾਂਦਾ ਹੈ Fourth point is collusive or non-collusive oligopoly. Collusive oligopoly is that oligopoly in which the firms cooperate with each other in determining the price. ਕੋਲਿਊਸਿਵ ਓਲੀਗੋਪੋਲੀ ਦੇ ਵਿੱਚ ਫਰਮਸ ਕੀ ਕਰਦੀਆਂ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰ ਲੈਂਦੀਆਂ ਜਦੋਂ ਪ੍ਰਾਈਸ ਫਿਕਸ ਕਰਦੀਆਂ ਠੀਕ ਹੈ ਇੱਕ ਦੂਸਰੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਇੱਕ ਪ੍ਰਾਈਸ ਫਿਕਸ ਕਰ ਲੈਂਦੀਆਂ ਅਤੇ ਉਹ ਸਾਰੀਆਂ ਫਰਮਸ ਉਹੀ ਪ੍ਰਾਈਸ ਚਾਰਜ ਕਰਦੀਆਂ ਅਤੇ ਇੱਕ ਦੂਸਰੇ ਦੇ ਨਾਲ ਕੰਪੀਟ ਨਹੀਂ ਕਰਦੀਆਂ Non-collusive oligopoly is that oligopoly in which the firm act independently. They compete with each other and determine independently price of their product. Non-collusive oligopoly ਦੇ ਵਿੱਚ ਜਿਹੜੀਆਂ ਫਰਮਸ ਆ ਉਹ ਇੰਡੀਪੈਂਡੈਂਟ ਹੁੰਦੀਆਂ ਅਤੇ ਇੱਕ ਦੂਸਰੇ ਦੇ ਨਾਲ ਕੰਪੀਟ ਕਰਦੀਆਂ ਅਤੇ ਆਪਣੇ ਪ੍ਰੋਡਕਟ ਦੀ ਪ੍ਰਾਈਸ ਵੀ ਇੰਡੀਪੈਂਡੈਂਟਲੀ ਆਪਣੇ ਅਕੋਰਡਿੰਗ ਫਿਕਸ ਕਰਦੀਆਂ Next point is price and output under a oligopoly indeterminate? There is no general theory which can explain price and output determination in all kinds of oligopoly situation. ਇਸ ਕਰਕੇ ਕਿਹਾ ਜਾਂਦਾ ਕਿ ਪ੍ਰਾਈਸ ਐਂਡ ਆਊਟਪੁੱਟ ਨੂੰ oligopoly ਦੇ ਅੰਡਰ indeterminate ਹੁੰਦੇ ਆ It is mainly due to interdependence of the firms. The price of a commodity is determined by its demand and supply. In perfect competition model ਦੇ ਵਿੱਚ ਜਿਹੜੀ ਹਰ ਇੱਕ ਫਰਮ ਸੀਗੀ ਉਹ ਕੀ ਦੂਸਰੀ ਫਰਮਸ ਦੇ ਰਿਐਕਸ਼ਨਸ ਨੂੰ ਇਗਨੋਰ ਕਰਦੀ ਸੀ ਬਿਕੋਜ਼ ਹਰ ਇੱਕ ਫਰਮਸ ਆਪਣੇ ਅਕੋਰਡਿੰਗ ਮਾਰਕੀਟ ਪ੍ਰਾਈਸ ਦੇ ਉੱਪਰ ਆਪਣੇ ਪ੍ਰੋਡਕਟ ਨੂੰ ਸੇਲ ਕਰ ਸਕਦੀ ਸੀ ਐਂਡ ਇਨ ਦਾ ਪਿਓਰ ਮੋਨੋਪਲੀ ਮਾਡਲ monopolistic does not have to worry about the reaction of rivals ਕਿ monopolistics ਨੂੰ ਜਿਹੜੇ ਆਪਣੇ ਰਾਈਵਲਸ ਸੀ ਕੋਈ ਵੀ ਡਰ ਨਹੀਂ ਹੁੰਦਾ since by definitions there are none in shorts ਕਿ monopoly ਤੇ
ਪਰਫੈਕਟ ਕੰਪੀਟੀਸ਼ਨਸ ਮਾਰਕੀਟ ਸਿਚੁਏਸ਼ਨ ਦੇ ਵਿੱਚ ਜਦੋਂ ਵੀ ਕੋਈ ਫਰਮਸ ਆਪਣੇ ਡਿਸੀਜ਼ਨ ਲੈਂਦੀਆਂ ਜਾਂ ਐਕਸ਼ਨ ਕਰਦੀਆਂ, ਉਹ ਆਪਣੀ ਕਿ ਦੂਸਰੀ ਫਰਮਸ ਉਹਨਾਂ ਦੇ ਡਿਸੀਜ਼ਨ ਦੇ ਐਕਸ਼ਨ ਦੇ ਅਕੋਰਡਿੰਗ ਕਿਸ ਤਰ੍ਹਾਂ ਰਿਐਕਟ ਕਰਨਗੀਆਂ, ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੋਈ ਵੀ ਆਪਣਾ ਡਿਸੀਜ਼ਨ ਨਹੀਂ ਲੈਂਦੀਆਂ ਕਿ ਦੂਸਰੀ ਫਰਮਸ ਦੇ ਰਿਐਕਸ਼ਨ ਦੇ ਨਾਲ ਉਹਨਾਂ 'ਤੇ ਕੀ ਇਫੈਕਟ ਪਏਗਾ। ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਉਹਨਾਂ ਦੇ ਡਿਸੀਜ਼ਨ ਮੇਕਿੰਗ 'ਤੇ। ਇਸ ਕਰਕੇ ਜਿਹੜੀ ਮੋਨੋਪਲੀ ਅਤੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਡਿਮਾਂਡ ਕਰਵ ਆ ਉਹ ਡੈਫੀਨਾਈਟ ਹੁੰਦੀ ਆ। ਦੈਟ ਮੀਨਸ ਕਿ ਉਸਨੂੰ ਡਿਟਰਮਿਨ ਕੀਤਾ ਜਾ ਸਕਦਾ ਆ। ਹਾਊਐਵਰ ਦੇਅਰ ਇਜ਼ ਇੰਟਰਡਿਪੈਂਡੈਂਸ ਆਫ ਦ ਫਰਮ ਇਨ ਦ ਓਲੀਗੋਪੋਲੀ, ਹੈਂਸ ਦ ਡਿਸੀਜ਼ਨ ਆਫ ਏ ਫਰਮ ਵਿਲ ਅਫੈਕਟ ਦ ਅਦਰ ਫਰਮ ਵਿਚ ਇਨ ਟਰਨ ਵਿਲ ਰਿਐਕਟ ਇਨ ਅ ਵੇ ਦੈਟ ਅਫੈਕਟ ਦ ਇਨੀਸ਼ੀਅਲ ਫਰਮ। ਇਨ ਕੇਸ ਆਫ ਓਲੀਗੋਪੋਲੀ ਫਰਮਸ ਦੇ ਵਿੱਚ ਇੰਟਰਡਿਪੈਂਡੈਂਸ ਪਾਈ ਜਾਂਦੀ ਆ। ਦੈਟ ਮੀਨਸ ਕਿ ਇੱਕ ਫਰਮ ਦੇ ਡਿਸੀਜ਼ਨ ਦਾ ਅਫੈਕਟ ਦੂਸਰੀ ਫਰਮਸ 'ਤੇ ਵੀ ਪੈਂਦਾ ਹੈ। ਸਪੋਜ਼ ਇੱਕ ਫਰਮ ਕੋਈ ਡਿਸੀਜ਼ਨ ਲੈਂਦੀ ਆ, ਠੀਕ ਆ, ਆਪਣੇ ਪ੍ਰਾਈਸ ਦੇ ਅਕੋਰਡਿੰਗ ਜਾਂ ਆਊਟਪੁੱਟ ਦੇ ਰਿਗਾਰਡਿੰਗ, ਅਤੇ ਉਸ ਚੀਜ਼ ਦਾ ਇਫੈਕਟ ਦੂਸਰੀ ਫਰਮਸ 'ਤੇ ਵੀ ਪੈਂਦਾ, ਉਸਦੀ ਰਾਈਵਲ ਫਰਮ 'ਤੇ। ਉਸਦੀ ਰਾਈਵਲ ਫਰਮ ਉਸਦੇ ਡਿਸੀਜ਼ਨ ਦੇ ਅਕੋਰਡਿੰਗ ਕੁਛ ਰਿਐਕਟ ਕਰਦੀ ਆ, ਅਤੇ ਉਹ ਜੋ ਰਿਐਕਟ ਕਰਦੀ ਉਸਦਾ ਰਿਐਕਸ਼ਨ ਦੇ ਨਾਲ ਆਪਣੇ ਆਊਟਪੁੱਟ ਜਾਂ ਪ੍ਰਾਈਸ ਵਿੱਚ ਜੋ ਚੇਂਜ ਕਰਦੇ ਆ, ਉਸਦਾ ਇਨੀਸ਼ੀਅਲ ਜਾਂ ਫਸਟ ਫਰਮ ਦੇ ਉੱਪਰ ਅਗੇਨ ਅਫੈਕਟ ਪੈਂਦਾ ਆ। ਇਸ ਤਰ੍ਹਾਂ ਓਲੀਗੋਪੋਲੀ ਦੇ ਵਿੱਚ ਅਨਸਰਟੇਨਿਟੀ ਰਹਿੰਦੀ ਆ, ਐਂਡ ਦਿਸ ਇਜ਼ ਦ ਡਿਫੀਕਲਟ ਟਾਸਕ ਟੂ ਡਰਾ ਦ ਡਿਮਾਂਡ ਕਰਵ ਆਫ ਐਨ ਓਲੀਗੋਪੋਲਿਸਟਿਕ। ਇਸ ਕਾਰਨ ਓਲੀਗੋਪੋਲਿਸਟਿਕ ਦੇ ਵਿੱਚ ਡਿਮਾਂਡ ਕਰਵ ਨੂੰ ਡਰਾ ਕਰਨਾ ਬਹੁਤ ਡਿਫੀਕਲਟ ਹੁੰਦਾ ਆ। We cannot use the downward sloping curve because oligopolistic is not a monopolistic. We cannot use a horizontal demand curve because the oligopolistic is not a perfect competitor. ਬਟ ਓਲੀਗੋਪੋਲੀ ਮਾਰਕੀਟ ਸਿਚੁਏਸ਼ਨ ਦੇ ਵਿੱਚ ਕਿਉਂਕਿ ਫਰਮਸ ਇੱਕ ਦੂਸਰੇ 'ਤੇ ਇੰਟਰਡਿਪੈਂਡੈਂਟ ਕਰਦੀਆਂ ਕਿ ਇੱਕ ਫਰਮ ਦੇ ਡਿਸੀਜ਼ਨ ਮੇਕਿੰਗ ਜਾਂ ਐਕਸ਼ਨ ਦੇ ਨਾਲ ਦੂਸਰੀ ਰਾਈਵਲ ਫਰਮਸ ਦੇ ਉੱਪਰ ਕਿਸ ਤਰ੍ਹਾਂ ਨਾਲ ਉਹ ਰਿਐਕਟ ਕਰਦੀ ਆ, ਅਤੇ ਉਸਦੇ ਰਿਐਕਟ ਨਾਲ ਇਨੀਸ਼ੀਅਲ ਫਰਮ 'ਤੇ ਕੀ ਇਫੈਕਟ ਪੈਂਦਾ ਹੈ, ਇਹ ਸਾਰੀ ਚੀਜ਼ ਨੂੰ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਵਿੱਚ ਬਹੁਤ ਸਾਰੀ ਅਨਸਰਟੇਨਿਟੀ ਹੁੰਦੀ ਆ, ਜਿਸ ਕਾਰਨ ਓਲੀਗੋਪੋਲੀ ਦੇ ਵਿੱਚ ਡਿਮਾਂਡ ਅਤੇ ਮਾਰਜਨਲ ਰੈਵਨਿਊ ਜਿਹੜੀ ਕਰਵ ਆ ਉਹਨਾਂ ਨੂੰ ਐਸਟੀਮੇਟ ਕਰਨਾ ਡਿਫਿਕਲਟ ਹੁੰਦਾ ਆ। ਐਂਡ ਵਿਦਾਊਟ ਸਚ ਡਾਟਾ ਫਰਮਸ ਕੈਨ ਨੋਟ ਡਿਟਰਮਿਨ ਦੇਅਰ ਪ੍ਰੋਫਿਟ ਮੈਕਸੀਮਾਈਜੇਸ਼ਨ ਪ੍ਰਾਈਸ ਐਂਡ ਆਊਟਪੁੱਟ ਇਵਨ ਇਨ ਥਿਊਰੀ। The main reason for the indeterminate price and output under oligopoly is different behavior pattern. First point is different behavior pattern. ਓਲੀਗੋਪੋਲਿਸਟਿਕ ਦੇ ਵਿੱਚ ਜਿਹੜੀਆਂ ਸਾਰੀਆਂ ਫਰਮਸ ਆ ਉਹ ਇੱਕ ਦੂਸਰੇ ਦੇ ਉੱਪਰ ਇੰਟਰਡਿਪੈਂਡੈਂਸ ਹੁੰਦੀਆਂ। ਇਸ ਕਾਰਨ ਇੱਕ ਫਰਮ ਦੇ ਰਿਐਕਸ਼ਨ ਦਾ ਦੂਸਰੀ ਫਰਮ ਕੀ ਰਿਐਕਟ ਕਰਦੀ ਉਸ ਚੀਜ਼ 'ਤੇ, ਇਹਨਾਂ ਸਾਰੇ ਬਿਹੇਵੀਅਰ ਨੂੰ ਕੀ ਕਹਿੰਦੇ ਮੇਜ਼ਰਮੈਂਟ ਕਰਨਾ ਜਾਂ ਪ੍ਰੈਡਿਕਟ ਕਰਨਾ ਪੋਸੀਬਲ ਨਹੀਂ ਹੁੰਦਾ। ਐਂਡ ਦਿਸ ਇਜ਼ ਦਾ ਵਨ ਆਫ ਦਾ ਰੀਜ਼ਨ ਕਿ ਜਿਹੜੀ ਪ੍ਰਾਈਸ ਅਤੇ ਆਊਟਪੁੱਟ ਨੂੰ ਓਲੀਗੋਪੋਲੀ ਦੇ ਵਿੱਚ ਇੰਡਿਟਰਮੀਨੇਟ ਹੁੰਦਾ। ਨੈਕਸਟ ਪੁਆਇੰਟ ਇਜ਼ ਇਨਡਿਟਰਮੀਨੇਟ ਡਿਮਾਂਡ ਕਰਵ. Another cause of indeterminance of price and output in oligopoly is indeterminate demand curve. Oligopoly market situation ਦੇ ਵਿੱਚ demand curve ਨੂੰ determine ਕਰਨਾ ਵੀ impossible ਹੁੰਦਾ ਹੈ, because ਕਿ oligopoly ਦੇ ਵਿੱਚ ਹਰ ਇੱਕ firms closely watch ਕਰਦੀ ਆ ਆਪਣੀ rival firms ਦੇ actions ਨੂੰ, ਕਿਉਂਕਿ ਹਰ ਇੱਕ firms ਦੇ action ਦਾ ਦੂਸਰੀ firms ਦੇ ਉੱਪਰ effect ਪੈਂਦਾ ਹੈ। ਇਸ ਕਾਰਨ ਫਰਮਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਡਿਪੈਂਡੈਂਸ ਹੁੰਦੀ ਆ। ਬਿਕੋਜ਼ ਆਫ ਦਿਸ ਰੀਜ਼ਨ ਓਲੀਗੋਪੋਲਿਸਟਿਕ ਫਰਮ ਕੈਨ ਨੋਟ ਹੈਵ ਏ ਡੈਫੀਨਾਈਟ ਡਿਮਾਂਡ ਕਰਵ। The actions and reactions of rival firms make the demand curve indeterminate in case of oligopoly. Third point is profit maximization is not the only motive. ਇਨ ਕੇਸ ਆਫ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪਲੀ ਦੇ ਵਿੱਚ ਜਿਹੜੀ ਪ੍ਰਾਈਸ ਐਂਡ ਆਊਟਪੁੱਟ ਇਸ ਲਈ ਡਿਟਰਮਿਨ ਕੀਤਾ ਜਾਂਦਾ ਸੀ ਬਿਕੋਜ਼ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪਲੀਜ਼ ਦੇ ਵਿੱਚ ਜਿਹੜੀਆਂ ਫਰਮਸ ਓਪਰੇਟ ਕਰਦੀਆਂ ਸੀ ਉਹਨਾਂ ਦਾ ਜਿਹੜਾ ਮੇਨ ਮੋਟਿਵ ਹੁੰਦਾ ਸੀ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਹੁੰਦਾ ਸੀ। ਬਟ ਇਨ ਓਲੀਗੋਪੋਲੀ ਦ ਫਰਮਸ ਮੇ ਹੈਵ ਅਦਰ ਮੋਟਿਵਸ ਲਾਈਕ ਸੇਲਸ ਮੈਕਸੀਮਾਈਜੇਸ਼ਨ, ਸਿਕਿਉਰਿਟੀ ਮੈਕਸੀਮਾਈਜੇਸ਼ਨ ਐਕਸੈਟਰਾ. These different motives also contribute to the indeterminants of price and output under oligopoly.
ਕਿ ਓਲੀਗੋਪੋਲਿਸਟਿਕ ਵਿੱਚ ਫਰਮਸ ਦਾ ਸਿਰਫ ਪ੍ਰੋਫਿਟ ਮੈਕਸੀਮਾਈਜੇਸ਼ਨ ਹੀ ਮੋਟਿਵ ਨਹੀਂ ਹੁੰਦਾ, ਹੋਰ ਵੀ ਬਹੁਤ ਸਾਰੇ ਮੋਟਿਵਸ ਹੁੰਦੇ ਆ ਕਿ ਆਪਣੀ ਸੇਲ ਨੂੰ ਮੈਕਸੀਮਾਈਜੇਸ਼ਨ ਕਰਨਾ, ਸਿਕਿਉਰਿਟੀ ਨੂੰ ਮੈਕਸੀਮਾਈਜੇਸ਼ਨ ਕਰਨਾ। ਇਹਨਾਂ ਸਾਰੇ ਰੀਜ਼ਨਸ ਦੇ ਕਾਰਨ ਵੀ ਜਿਹੜਾ ਓਲੀਗੋਪੋਲੀ ਦੇ ਵਿੱਚ ਪ੍ਰਾਈਸ ਤੇ ਆਊਟਪੁੱਟ ਇਨਡਿਟਰਮੀਨੇਟ ਹੁੰਦੇ ਆ। So the above explanation makes it clear that since there is no single solution to the price and output problem in a oligopoly, the price is said to be indeterminate.